मुर्दाबाद पंजाब सरकार मुर्दाबाद रुकिए तनख्वाहां बहाल करो रुकिए तनख्वाहां बहाल करो आउटसोर्स खत्म करो आउटसोर्स गए ਉਹਨਾਂ ਨੂੰ ਵੀ ਸਿਹਤ ਮੰਤਰੀ ਜੀ ਨੇ ਵੀ ਕਿਹਾ 4 ਮਹੀਨੇ ਹੋ ਗਏ ਸਰ ਸਾਡੀਆਂ ਸੈਲਰੀਆਂ ਜੀ ਸਰ ਨਹੀਂ ਚੀਫ ਖਾਲਸਾ ਜਵਾਨ ਸਰ ਤੁਸੀਂ ਹੈਗੇ ਸੀ ਜਦੋਂ ਤੁਸੀਂ ਕਿਹਾ ਸੀ ਤੁਹਾਡੀ ਚੰਡੀਗੜ੍ਹ ਗੱਲ ਹੋਵੇਗੀ ਆਊਟਸੋਰਸ खत्म करो ਆਊਟਸੋਰਸ खत्म करो ਪੰਜਾਬ मुर्दाबाद सरकार मुर्दाबाद ਪੰਜਾਬ सरकार खत्म करो खत्म करो ਪੰਜਾਬ खत्म करो सरकार मुर्दाबाद मुर्दाबाद बहाल करो ਉਦੋਂ ਵੀ ਸਰ ਉਹਨਾਂ ਨੂੰ ਵੀ ਘੇਰਿਆ ਸੀ ਮਾੜੇ ਬੰਦੇ ਵੀ ਘੇਰੀ ਜਾਂਦੇ ਨਹੀਂ ਸਰ ਉਹਨਾਂ ਨੇ ਵੀ ਗੱਲ ਕੀਤੀ ਸੀ ਸਰ ਸਰ ਪਹਿਲਾਂ ਵੀ ਤੁਹਾਨੂੰ ਲੈਟਰ ਦੇ ਦਿੱਤੇ ਦਿਓ ਪਲੀਜ਼ ਪਾਸਪੋਰਟ ਆਏਗਾ ਸਰ ਇਧਰੋਂ ਫੋਟੋ ਖਿੱਚੋ ਸਰ ਇਹ ਲੈਟਰ ਪਹਿਲਾਂ ਵੀ ਸੈਲਰੀ ਨਹੀਂ ਆਈ ਇਸ ਦੇ ਬਾਰੇ ਕੀ ਕਹੋਗੇ ਕਿਉਂਕਿ ਕੰਪਲੇਂਟ ਵੀ ਹੋਈ ਹੈ ਬਟ ਮੈਨੂੰ ਇਸ ਬਾਰੇ ਪਤਾ ਨਹੀਂ ਫਿਰ ਮੈਂ ਕਮੈਂਟ ਨਹੀਂ ਕਰ ਸਕਦਾ ਪਰ ਮੈਨੂੰ ਕਹਿੰਦੇ ਇਹ ਜੇ ਕਹਿ ਰਹੇ ਤੁਹਾਨੂੰ ਇਹ ਕਹਿ ਰਹੇ ਕਿ ਜਾਣੂ ਮੈਨੂੰ ਕਰਵਾਇਆ ਮੰਗ ਪੱਤਰ ਦਿੱਤਾ ਸੀਗਾ ਮੇਰੀ ਨੌਲੇਜ ਚੋਂ ਨਿਕਲ ਗਿਆ ਬਾਹਰ ਹੁਣ ਮੇਰੇ ਕੋਲ ਤਾਜ਼ਾ ਮੰਗ ਪੱਤਰ ਆਇਆ ਹੈ ਮੈਂ ਗੁਰਦੁਆਰਾ ਸਾਹਿਬ ਸਾਹਮਣੇ ਖੜਾ ਕੱਲ ਵਾਪਸ ਆ ਰਿਹਾ ਚੰਡੀਗੜ੍ਹ ਪਰਸੋਂ ਰਾਤ ਪਹੁੰਚਾ ਕੱਲ ਰਾਤ ਪਹੁੰਚਾਂਗਾ ਤੇ ਪਰਸੋਂ ਮੈਂ ਸਰ ਜਿੰਨਾ ਤੱਕ ਸਰ ਸਾਡੀ ਸੈਲਰੀ ਨਹੀਂ ਪਏਗੀ ਸਰ ਬਾਰ-ਬਾਰ ਇਹ ਕਿਹਾ ਗਿਆ ਸੀ ਕਿ ਚੰਡੀਗੜ੍ਹ ਆਓ ਜੀ ਤੁਸੀਂ ਚੰਡੀਗੜ੍ਹ ਆਓ ਉਹਨੂੰ ਚੰਡੀਗੜ੍ਹ ਬੁਲਾਇਆ ਜਾ ਰਿਹਾ ਸੀ ਕਿ ਇੱਥੇ ਸਰ ਹੱਲ ਨੰਬਰ ਦੇ ਦਿਓ ਕੋਈ ਨਾ ਆਪਣਾ ਸਰ ਲਿਖਿਆ ਹੋਇਆ ਪ੍ਰੈਸ ਲਿਖੇਗੀ 4 ਮਹੀਨੇ ਦੀ ਸਰ ਆਪਾਂ ਸੈਲਰੀ ਲੈ ਕੇ ਫਿਰ ਹੀ ਆਪਣੀ ਸਟ੍ਰਾਈਕ ਚੁੱਕਾਂਗੇ ਨਹੀਂ ਤੇ ਅੰਮ੍ਰਿਤਸਰ ਵੀਆਰਡੀ ਅਜੇ ਸਾਡੀ ਸਟ੍ਰਾਈਕ ਜਾਰੀ ਰਹੇਗੀ ਅੰਮ੍ਰਿਤਸਰ ਦੇ ਵਿੱਚ ਮੈਡੀਕਲ ਕਾਲਜ ਦੇ ਵਿੱਚ ਬਣੀ ਇੱਕ ਲੈਬ ਜਿਸ ਦੇ ਵਿੱਚ ਕੋਵਿਡ ਦੇ ਸੈਂਪਲ ਟੈਸਟ ਕੀਤੇ ਜਾਂਦੇ ਨੇ ਉਹਨਾਂ ਦੇ ਮੁਲਾਜ਼ਮ ਵੱਲੋਂ ਹੁਣ ਸਟ੍ਰਾਈਕ ਕੀਤੀ ਗਈ ਹੈ। ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਦੀਆਂ ਤਸਵੀਰਾਂ ਨੇ ਜਿੱਥੇ ਕਿ ਇਸ ਲੈਬ ਦੇ ਬਾਹਰ ਜਿਹੜੇ ਹੈ ਉਹ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਦੇ ਮੁਲਾਜ਼ਮਾਂ ਵੱਲੋਂ ਤੇ ਬੈਨਰ ਜਿਹੜੇ ਉਹ ਹੱਥਾਂ ਦੇ ਵਿੱਚ ਫੜੇ ਹੋਏ ਨੇ ਉਹਦੇ ਵਿੱਚ ਲਿਖੇ ਹੋਏ ਨੇ ਰੁਕੀਆਂ ਤਨਖਾਹਾਂ ਜਿਹੜੀਆਂ ਨੇ ਬਹਾਲ ਕਰੋ ਅਕਾਊਂਟ ਸੋਰਸ ਖਤਮ ਕਰਨ ਦੀ ਗੱਲ ਜਿਹੜੀ ਹੈ ਕੀਤੀ ਜਾ ਰਹੀ ਹੈ। ਅਸੀਂ ਗੱਲਬਾਤ ਕਰਾਂਗੇ ਕਿ ਆਖਿਰਕਾਰ ਰੀਜ਼ਨ ਕੀ ਹੈ ਕਿਉਂ ਹੁਣ ਤੱਕ ਜਿਹੜੀਆਂ ਤਨਖਾਹਾਂ ਇਹਨਾਂ ਦੀਆਂ ਨਹੀਂ ਆਈਆਂ ਤਾਂ ਸਾਡੇ ਨਾਲ ਜਿਹੜੇ ਨੇ ਮੌਜੂਦ ਨੇ ਗੱਲਬਾਤ ਕਰ ਲੈਂਦੇ ਹਾਂ। ਮੈਡਮ ਕੀ ਨਾਮ ਹੈ ਤੁਹਾਡਾ ਔਰ ਕੀ ਡੈਜ਼ਿਗਨੇਸ਼ਨ ਹੈ? ਸਰ ਮੇਰਾ ਨਾਮ ਆਸ਼ਾ ਹੈ ਤੇ ਮੈਂ ਐਲਟੀ ਹੈ ਇੱਥੇ ਵੀਆਰਡੀਐਲ ਵਿੱਚ ਕੰਮ ਕਰ ਰਹੀ ਹਾਂ ਅੰਮ੍ਰਿਤਸਰ ਵਿੱਚ 2020 ਵਿੱਚ ਸਰ ਮੈਂ ਇੱਥੇ ਅਪਾਇੰਟ ਹੋਈ ਸੀ ਤੇ ਸਰ ਹੁਣ ਇਹ 4 ਮਹੀਨੇ ਹੋ ਗਏ ਸਰ ਸਾਡੀਆਂ ਸੈਲਰੀਆਂ ਰੁਕ ਗਈਆਂ ਹੋਈਆਂ ਨੇ 31 ਮਾਰਚ ਤੱਕ ਦੀਆਂ ਸਰ ਸਾਡੀਆਂ ਸੈਲਰੀਆਂ ਆਈਆਂ ਤੇ ਅੱਜ 4 ਮਹੀਨੇ ਹੋ ਗਏ ਆ ਸਾਡੀਆਂ ਸੈਲਰੀਆਂ ਜਿਹੜੀਆਂ ਇਹ ਪੈਂਡਿੰਗ ਨੇ। ਪਰ ਆਖਿਰਕਾਰ ਵਜ੍ਹਾ ਕੀ ਹੈ ਕਿਉਂ ਸੈਲਰੀਆਂ ਰੁਕੀਆਂ ਨੇ ਔਰ ਇਸ ਦੇ ਪ੍ਰਤੀ ਕੀ ਤੁਸੀਂ ਉੱਚ ਅਧਿਕਾਰੀਆਂ ਨੂੰ ਕੋਈ ਜਾਣੂ ਕਰਵਾਇਆ? ਹਾਂਜੀ ਸਰ ਜਦੋਂ 1 ਮਹੀਨੇ ਦੀ ਤਨਖਾਹ ਸਾਡੀ ਨਹੀਂ ਆਈ ਸੀ ਸਰ ਅਸੀਂ ਉਦੋਂ ਹੀ ਉਹਨਾਂ ਨੂੰ ਜਾ ਕੇ ਕਿਹਾ ਸੀ ਫਿਰ ਸਾਨੂੰ ਇਹ ਕਿਹਾ ਗਿਆ ਕਿ ਪਿੱਛੋਂ ਤੁਹਾਡਾ ਫੰਡ ਨਹੀਂ ਆਇਆ ਪਿੱਛੋਂ ਇਹ ਕਿੰਨਾ ਵੱਲੋਂ ਕਿਹਾ ਗਿਆ? ਸਰ ਇਹ ਆਪਾਂ ਆਪਣੇ ਕੇਡੀ ਸਰ ਨਾਲ ਹੀ ਗੱਲ ਕਰਦੇ ਸੀ ਵੀ ਸਾਡਾ ਫੰਡ ਨਹੀਂ ਆਇਆ ਤੇ ਉਹਨਾਂ ਨੇ ਕਿਹਾ ਵੀ ਤੁਹਾਡਾ ਪਿੱਛੋਂ ਫੰਡ ਨਹੀਂ ਆਇਆ ਥੋੜੀ ਦੇਰ ਤੱਕ ਆ ਜਾਏਗਾ। ਸਰ ਆਪਾਂ ਫਿਰ ਵੇਟ ਕਰ ਲਈ ਕਿਸੇ ਟਾਈਮ ਸਰ ਲੇਟ ਹੋ ਜਾਂਦੀ ਹੈ ਚਲੋ ਕੋਈ ਚੱਕਰ ਨਹੀਂ ਗਵਰਨਮੈਂਟ ਕੰਮ ਹੈ ਤਾਂ ਚਲੋ ਲੇਟ ਹੋ ਜਾਂਦਾ ਹੈ। ਇਹ ਵੇਟ ਕਰਦੇ ਸਰ ਅੱਜ 4 ਮਹੀਨੇ ਆ ਗਏ ਕਦੀ ਪ੍ਰਿੰਸੀਪਲਸ ਆਫਿਸ ਚੱਕਰ ਮਾਰਦੇ ਕਦੀ ਕਿਸੇ ਨੂੰ ਕਹੇ ਕਦੀ ਅਸੀਂ ਸਰ ਨਿੱਜਰ ਸਰ ਕੋ ਵੀ ਗਏ ਇੱਥੇ ਜਦੋਂ ਆਏ ਹੋਏ ਸੀ ਆਪਣੇ ਹੈਲਥ ਮਿਨਿਸਟਰ ਉਹਨਾਂ ਨਾਲ ਵੀ ਗੱਲ ਕੀਤੀ ਗਈ ਵੀ ਸਾਡੀ ਤਨਖਾਹਾਂ ਨਹੀਂ ਆਈਆਂ ਉਹਨਾਂ ਨੇ ਸਾਨੂੰ ਇਹੀ ਕਿਹਾ ਤੁਸੀਂ ਆ ਕੇ ਉੱਥੇ ਮਿਲੋ ਕੋਈ ਗੱਲ ਨਹੀਂ ਤੁਹਾਡੀ ਗੱਲ ਸੁਣੀ ਜਾਏਗੀ। ਇੰਨੀ ਗੱਲ ਉਹਨਾਂ ਨੇ ਸੁਣ ਲਈ ਸਾਡੀ ਤਨਖਾਹ ਨਹੀਂ ਆਈ ਇਸ ਤੋਂ ਕੋਈ ਐਕਸ਼ਨ ਨਹੀਂ ਲਿੱਤਾ ਜਾ ਸਕਦਾ ਸੀ ਉਹਨਾਂ ਦਾ। ਨਹੀਂ ਤਾਂ ਤੁਸੀਂ ਇਹ ਗੱਲ ਕਹੀ ਨਹੀਂ ਕਿ ਅਸੀਂ ਪਿਛਲੇ 4 ਮਹੀਨੇ ਤੋਂ ਆਲ ਓਵਰ ਸੈਂਪਲਸ ਜਿਹੜੇ ਨੇ ਕਿ ਸੈਂਪਲਸ ਕਲੈਕਟ ਕੀਤੇ ਜਾ ਰਹੇ ਤੁਹਾਡੇ? ਸਰ ਪੂਰੇ ਸਰ ਸੈਂਪਲ ਕਲੈਕਟ ਹੋ ਰਹੀ ਕੋਈ ਸੈਂਪਲ ਨਹੀਂ ਅਸੀਂ ਰੋਕਿਆ ਸਰ 4 ਮਹੀਨੇ ਤੋਂ ਪ੍ਰੋਪਰ ਹੀ ਕੰਮ ਕਰਦੇ ਪਏ ਆਪਣਾ ਅੱਜ ਹਾਰ ਕੇ ਇਹ ਸਭ ਵੀਆਰਡੀਐਲ ਵਾਲੇ ਨੇ ਡਿਸੀਜਨ ਲਿੱਤਾ ਵੀ ਹੁਣ ਇਹਦਾ ਹੱਲ ਸਿਰਫ ਸਟ੍ਰਾਈਕ ਹੈ ਸ਼ਾਇਦ ਉਹਦੇ ਕਰਕੇ ਸਰ ਸਾਡੀ ਸੈਲਰੀ ਆ ਜੇ। ਜਦੋਂ ਹੈਲਥ ਮਿਨਿਸਟਰ ਇੱਥੇ ਆਉਂਦੇ ਨੇ ਤਾਂ ਤੁਹਾਡੇ ਵੱਲੋਂ ਇਹ ਨਹੀਂ ਕਿਹਾ ਜਾਂਦਾ ਕਿ ਅਸੀਂ ਤਾਂ ਬਿਲਕੁਲ ਕੰਮ ਨਹੀਂ ਰੋਕਿਆ ਹੈ ਲੇਕਿਨ ਸਾਡੀਆਂ ਤਨਖਾਹਾਂ ਕਿਉਂ ਰੋਕੀਆਂ? ਸਰ ਬਿਲਕੁਲ ਕਿਹਾ ਗਿਆ ਹੈ ਉਹਨਾਂ ਨੂੰ ਇਹ ਵੀ ਕਿਹਾ ਗਿਆ ਅਸੀਂ ਕੰਮ ਜਦੋਂ ਆਪਣਾ ਪ੍ਰੋਪਰ ਕਰ ਰਹੇ ਹਾਂ ਫਿਰ ਸਾਡੀਆਂ ਤਨਖਾਹਾਂ ਕਿਉਂ ਨਹੀਂ ਪੈ ਰਹੀਆਂ। ਉਹਨਾਂ ਨੇ ਬਸ ਤੁਹਾਨੂੰ ਪਤਾ ਹੀ ਹੈ ਜਲਦੀ ਆਉਂਦੇ ਜਲਦੀ ਚਲੇ ਜਾਂਦੇ ਹਾਂਜੀ ਠੀਕ ਹੈ ਤੁਸੀਂ ਉੱਥੇ ਚੰਡੀਗੜ੍ਹ ਆ ਕੇ ਮਿਲੋ ਚੰਡੀਗੜ੍ਹ ਜੋ ਗੱਲ ਇੱਥੇ ਹੋ ਗਈ ਸਰ ਉਹੀ ਗੱਲ ਆਪਾਂ ਚੰਡੀਗੜ੍ਹ ਜਾ ਕੇ ਵੀ ਤਾਂ ਕਰਨੀ ਸੀ ਉਹਨਾਂ ਨੇ ਕੀ ਗੱਲ ਇਹ ਜਵਾਬ ਇਹ ਉਸ ਟਾਈਮ 'ਤੇ ਨਹੀਂ ਦਿੱਤਾ ਸਕਦੇ ਉਸੇ ਟਾਈਮ ਕਿਸੇ ਨੂੰ ਫੋਨ ਨਹੀਂ ਕੀਤਾ ਜਾ ਸਕਦਾ ਬੱਚਿਆਂ ਦੀਆਂ ਤਨਖਾਹਾਂ ਕਿਉਂ ਰੁਕੀਆਂ 4 ਮਹੀਨੇ 1 ਮਹੀਨੇ ਤਨਖਾਹ ਨਾ ਅਜੇ ਇੱਥੇ ਰੋਲਾ ਪੈ ਜਾਂਦਾ ਸਰ ਅਸੀਂ 4 ਮਹੀਨੇ ਵੇਟ ਕਰਨ ਦੇ ਬਾਅਦ ਅੱਜ ਸਟ੍ਰਾਈਕ ਕੀਤੀ ਹੈ। ਮੰਤਰੀ ਸਾਹਿਬ ਤਾਂ ਹਰ ਹਸਪੀਟਲ ਦਾ ਦੌਰਾ ਕਰ ਰਹੇ ਨੇ ਤਾਂ ਬੈੱਡ ਵੀ ਕਈ ਦਿਖਾ ਰਹੇ ਨੇ ਕਿ ਇਹ ਦੇਖੋ ਕਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਨੇ ਤੇ ਕਾਫੀ ਵਾਅਦੇ ਵੀ ਕੀਤੇ ਜਾ ਰਹੇ ਨਾਲ ਵੱਡੇ ਬਿਲਕੁਲ ਸਰ ਵਾਅਦੇ ਕੀਤੇ ਜਾ ਰਹੇ ਅਸੀਂ ਨਿਊਜ਼ 'ਚ ਸੁਣਦੇ ਪਰ ਪਤਾ ਨਹੀਂ ਸਾਡੇ ਨਾਲ ਕਿਹੜੇ ਵਾਅਦੇ ਕਰ ਰਹੇ ਹੋ ਅਸੀਂ ਪੱਕੇ ਕਰ ਦਿੱਤੇ ਆਊਟਸੋਰਸ ਅਸੀਂ 2-2.5 ਸਾਲ ਹੋ ਗਏ ਅੱਜ ਰੋਲਾ ਪਾਉਂਦੇ ਨੂੰ ਸਾਨੂੰ ਆਊਟਸੋਰਸ ਤੋਂ ਕੱਢ ਕੇ ਡੀਸੀ ਰੇਟ ਤੇ ਰੱਖ ਦਿਓ ਬਸ ਸਰ ਸਾਨੂੰ ਫਰੀਦਕੋਟ ਬੁਲਾ ਕੇ ਕਾਉਂਸਲਿੰਗ ਕੀਤੀ ਗਈ ਆ ਉਹ ਵੀ ਸਾਨੂੰ ਨਹੀਂ ਪਤਾ ਸਾਨੂੰ ਉਹਨਾਂ ਨੇ ਆਊਟਸੋਰਸ ਤੇ ਰੱਖਣਾ ਹੈ ਕਿ ਸਾਨੂੰ ਕਿਸੇ ਡਿਪਾਰਟਮੈਂਟ ਦੇ ਅੰਦਰ ਲੈ ਕੇ ਆਉਣਾ ਹੈ ਬਸ
ਰੋਜ਼ ਸਾਡੇ ਸਿਰ ਤੇ ਹੀ ਤਲਵਾਰ ਲਟਕਦੀ ਹੈ, ਤੁਹਾਨੂੰ ਅੱਜ ਕੱਢ ਦੇਣਾ, ਤੁਹਾਡਾ ਕੰਟਰੈਕਟ ਖਤਮ ਹੋ ਗਿਆ। ਰੋਜ਼ ਇਹੀ ਆਨੇ ਆ ਤੇ ਇਹੀ ਗੱਲ ਸੁਣੇ, ਬਸ ਤੁਹਾਡਾ 31 ਅਗਸਤ ਤੱਕ ਕੰਟਰੈਕਟ ਹੈ, ਤੁਹਾਨੂੰ ਕੱਢ ਦੇਣਾ ਹੈ ਬਸ। ਇਸ ਲੈਬ ਦੇ ਵਿੱਚ ਟੋਟਲ ਕਿੰਨੇ ਮੁਲਾਜ਼ਮ ਜਿਹੜੇ ਨੇ ਕੰਮ ਕਰ ਰਹੇ ਔਰ ਕਿੰਨੀਆਂ ਦੀਆਂ ਸੈਲਰੀਜ਼ ਜਿਹੜੀਆਂ ਰੁਕੀਆਂ ਨੇ? ਸਰ ਅਸੀਂ ਟੋਟਲ 103 ਕੈਂਡੀਡੇਟਸ ਆ ਜਿਨ੍ਹਾਂ ਦੀਆਂ ਤਨਖਾਹਾਂ, ਉਹਨਾਂ ਵਿੱਚ ਸਰ ਅਸੀਂ RS ਡਾਟਾ ਐਂਟਰੀ ਆਪਰੇਟਰ, LT LA ਤੇ DO ਇਹ ਨੇ। ਟੋਟਲ ਕਿੰਨੀਆਂ ਲੈਬਸ ਨੇ ਔਰ ਕਿੰਨੀਆਂ ਦੀਆਂ ਸੈਲਰੀ ਬੰਦ ਹੋਈਆਂ ਨੇ? ਸਰ ਟੋਟਲ 7 ਲੈਬਸ ਨੇ ਜਿਨ੍ਹਾਂ ਵਿੱਚ ਸਰ 5 ਦੀ ਸੈਲਰੀ ਆ ਰਹੀ ਹੈ, ਇੱਕ ਅੰਮ੍ਰਿਤਸਰ ਤੇ ਇੱਕ ਪਟਿਆਲਾ ਦੀ ਸੈਲਰੀ ਜਿਹੜੀ ਨਹੀਂ ਆ ਰਹੀ। ਅਸੀਂ ਇਹ ਵੀ ਗੱਲ ਉਹਨਾਂ ਨੇ ਕੀਤੀ ਵੀ ਉਹਨਾਂ ਦੀ ਸੈਲਰੀ ਕਿੱਦਾਂ ਪੈ ਰਹੀ ਹੈ ਤੇ ਸਾਡੀ ਕਿਉਂ ਨਹੀਂ ਆ ਰਹੀ, ਬਸ ਇਹ ਕੁਛ ਨਹੀਂ ਸਾਨੂੰ ਦੱਸਿਆ ਜਾਂਦਾ। ਬਸ ਸਾਡੇ 2 ਅੰਮ੍ਰਿਤਸਰ ਤੇ ਪਟਿਆਲਾ ਵਾਲੇ ਦੀ ਸੈਲਰੀ ਨਹੀਂ ਪੈ ਰਹੀ, ਜਦ ਕਿ 7 ਕੋਵਿਡ ਲੈਬ ਆ, ਫਿਰ ਉਹ 5 ਨੂੰ ਕੌਣ ਸੈਲਰੀ ਦੇ ਰਿਹਾ ਹੈ? ਤਾਂ ਤੁਹਾਨੂੰ ਲੱਗਦਾ ਨਹੀਂ ਕਿ ਇਹ ਵਿਤਕਰਾ ਹੋ ਰਿਹਾ ਤੇ ਲੇਕਿਨ ਜੇ ਵਿਤਕਰਾ ਹੋ ਰਿਹਾ ਤਾਂ ਕਿਉਂ ਹੋ ਰਿਹਾ? ਇਸ ਦਾ ਕੋਈ ਰੀਜ਼ਨ ਤਾਂ ਹੋਏਗਾ ਨਾ। ਇਸ ਤਰ੍ਹਾਂ ਤਾਂ 5 ਦੀ ਆ ਰਹੀ ਹੈ ਔਰ 2 ਦੀ ਨਹੀਂ ਆ ਰਹੀ, ਇਹ ਤਾਂ ਹੋ ਨਹੀਂ ਸਕਦਾ ਕਿ 2 ਦੀ ਨਾ। ਬਿਲਕੁਲ ਸਰ, ਇਹ ਵਿਤਕਰਾ ਹੀ ਸਾਡੇ ਨਾਲ ਸਰ ਹੋ ਰਿਹਾ ਹੈ। 2 ਲੈਬਾਂ ਦੀ ਸੈਲਰੀ ਨਾ ਆਉਣ ਦਾ ਕਾਰਨ ਤੁਸੀਂ ਆਪ ਹੀ ਦੱਸੋ ਕੀ ਹੋ ਸਕਦਾ ਹੈ? ਕੀ ਗੱਲ ਇਹ ਉਹਨਾਂ ਦੇ ਮਾਈਂਡ ਵਿੱਚ ਗੱਲ ਨਹੀਂ ਆਏ? ਜਦੋਂ ਕੋਈ ਸੈਂਪਲ ਰੁਕ ਜਾਂਦਾ ਤਦ ਤੱਕ ਮਿਨਿਸਟਰਾਂ ਨੂੰ ਫੋਨ ਚੱਲ ਜਾਂਦੇ ਆ, ਸਾਡੀ ਸੈਲਰੀਆਂ ਦਾ ਫੋਨ ਨਹੀਂ ਗਿਆ ਹੋਊਗਾ ਕਿਸੇ ਨੂੰ? 4 ਮੰਥ ਹੋ ਗਏ ਸਰ ਸਾਡੀਆਂ ਸੈਲਰੀਆਂ ਗਏ ਨੂੰ, ਅੱਜ ਕਿਸੇ ਨੂੰ ਨਹੀਂ ਫੋਨ ਗਿਆ ਹੋਊਗਾ ਕਿ ਇਹਨਾਂ ਦੀਆਂ ਸੈਲਰੀਆਂ ਰੁਕੀਆਂ, ਇਹਨਾਂ ਨੂੰ ਸੈਲਰੀਆਂ ਪ੍ਰੋਵਾਈਡ ਕੀਤੀਆਂ ਜਾਣ। ਜਦ ਕਿ ਹੈਲਥ ਮਿਨਿਸਟਰ ਆਏ ਸੀ ਉਦੋਂ ਉਹਨਾਂ ਨੂੰ ਕਿਹਾ ਗਿਆ ਸੀ ਸਾਡੀਆਂ ਸੈਲਰੀਆਂ ਨਹੀਂ ਆਈਆਂ। ਜੇ ਨਹੀਂ ਹੁਣ ਤੁਹਾਡੀਆਂ ਮੰਗਾਂ ਮੰਨੀਆਂ ਜਾਂਦੀਆਂ ਤਾਂ ਫਿਰ ਅਗਲਾ ਸਟੈਪ ਕੀ ਹੈ? ਸਰ ਸਾਡੀ ਸਟ੍ਰਾਈਕ ਫਿਰ ਜਾਰੀ ਰਹੇਗੀ ਜਿੰਨੇ ਦੇਰ ਤੱਕ ਸਾਡੀ 4 ਮਹੀਨਿਆਂ ਦੀ ਪ੍ਰੋਪਰ ਸੈਲਰੀ ਨਹੀਂ ਆ ਜਾਂਦੀ, ਅਸੀਂ ਉਹਨਾਂ ਤੱਕ ਸਰ ਸਟ੍ਰਾਈਕ 'ਚ ਹੀ ਰਵਾਂਗੇ। ਸੈਂਪਲ ਕਲੈਕਟ ਹੋਣਗੇ? ਨਹੀਂ ਸਰ, ਬਿਲਕੁਲ ਸੈਂਪਲ ਕਲੈਕਸ਼ਨ ਨਹੀਂ ਹੋਏਗੀ। ਤਾਂ ਬਿਲਕੁਲ ਹੋਰ ਮੁਲਾਜ਼ਮ ਸਾਡੇ ਨਾਲ ਨੇ। ਕੀ ਨਾਮ ਹੈ ਸਰ, ਕੀ ਡੈਜ਼ਿਗਨੇਸ਼ਨ? ਜਗਜੀਤ ਸਿੰਘ ਜੀ। ਜਗਜੀਤ ਜੀ, ਵਿਤਕਰਾ ਕਿਉਂ? ਕਿਉਂਕਿ 5 ਦੀ ਆ ਰਹੀ ਹੈ, 5 ਲੈਬਸ ਦੀ ਜਿਹੜੀ ਹੈ ਸੈਲਰੀ ਹਰ ਪ੍ਰੋਪਰ ਪੈ ਰਹੀ ਹੈ, 2 ਦੀ ਨਹੀਂ ਆ ਰਹੀ, ਰੀਜ਼ਨ ਪਤਾ? ਸਰ ਪਤਾ ਇਹ ਲੱਗਾ ਸੀ ਕਿ ਜਿਹੜੇ ਬਾਕੀ 5 ਲੈਬਸ ਨੇ ਉਹਨਾਂ ਨੂੰ ਕਹਿੰਦੇ ਵੀ ਪ੍ਰਾਈਵੇਟ ਉਹ ਲੈਬਸ ਨੇ ਆਪਣੇ ਆਟੋਲੋਗਸ ਬੋਡੀ ਆਪਣੇ ਫੰਡਿੰਗ ਆਪ ਕਰਦੇ ਨੇ ਰਿਲੀਜ਼, ਪਰ ਇਹ ਜਿਹੜੇ 2 ਕਾਲਜ ਨੇ ਮੈਡੀਕਲ ਕਾਲਜ ਪਟਿਆਲਾ ਤੇ ਅੰਮ੍ਰਿਤਸਰ, ਇਹਨਾਂ ਨੂੰ ਸਰਕਾਰ ਵੱਲੋਂ ਫੰਡਿੰਗ ਆਉਂਦੀ ਸੀ ਤੇ ਤੁਹਾਡੀ ਸੈਲਰੀ ਚੱਲਦੀ ਸੀ। ਫਿਰ ਪਹਿਲੇ ਕਹਿੰਦੇ ਸੀ ਵੀ ਇਹ ਫੰਡਿੰਗ ਤੁਹਾਡੀ ਸੈਂਟਰ ਗਵਰਨਮੈਂਟ ਤੋਂ ਆਉਂਦੀ ਹੈ ਤੇ ਸਰਕਾਰ ਨੂੰ ਕਰਕੇ ਟ੍ਰਾਂਸਫਰ ਹੋ ਕੇ ਇੱਥੇ ਕਾਲਜ ਆਉਂਦੀ ਹੈ ਤੇ ਫਿਰ ਕੰਪਨੀ ਨੂੰ ਦਿੱਤੀ ਜਾਂਦੀ, ਕੰਪਨੀ ਸਾਨੂੰ ਕੋਈ ਸੈਲਰੀ ਪ੍ਰੋਵਾਈਡ ਕਰਦੀ ਹੈ। ਫਿਰ ਇਹ ਵੀ ਪਤਾ ਲੱਗਿਆ ਸੀ ਕਿ ਸੈਂਟਰ ਸਰਕਾਰ ਦੀ ਪਰਮਿਸ਼ਨ ਨਾਲ ਪੰਜਾਬ ਸਰਕਾਰ ਦਾ ਫੰਡ ਇੱਥੇ ਪਿਆ ਹੁੰਦਾ, ਪਰ ਪਰਮਿਸ਼ਨ ਸੈਂਟਰ ਤੋਂ ਮਿਲਦੀ ਹੈ। ਉਹ ਸਾਨੂੰ ਸਮਝ ਨਹੀਂ ਆਈ ਵੀ 2 ਵਾਰੀ ਗੱਲ ਬਦਲ ਗਈ ਕਿ ਪਹਿਲਾਂ ਕਹਿੰਦੇ ਸੀ ਫੰਡ ਉੱਥੋਂ ਆਉਂਦਾ, ਫਿਰ ਕਹਿੰਦੇ ਨਹੀਂ ਫੰਡ ਇੱਥੇ ਪਿਆ ਹੁੰਦਾ, ਪਰ ਹੋਇਆ ਕੁਛ ਨਹੀਂ। ਆਖਿਰਕਾਰ ਹੈਲਥ ਮਿਨਿਸਟਰ ਆਉਂਦੇ ਨੇ, ਸਾਰਾ ਮੁਆਇਨਾ ਕਰਦੇ ਨੇ, ਹਾਲਾਤ ਵੀ ਦਿਖਾਏ ਜਾਂਦੇ ਨੇ, ਕਹਿ ਰਹੇ ਨੇ ਕਿ ਮੈਡੀਕਲ ਕੰਡੀਸ਼ਨ ਅਸੀਂ ਬਿਲਕੁਲ ਠੀਕ ਕਰਨੀ ਹੈ, ਫਿਰ 36000 ਮੁਲਾਜ਼ਮ ਪੱਕੇ ਕਰਨ ਦੀ ਗੱਲ ਕੀਤੀ ਜਾਂਦੀ ਹੈ, ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ। ਇਹਨਾਂ ਵਾਅਦਿਆਂ ਨੂੰ ਕਿਸ ਤਰ੍ਹਾਂ ਦੇਖਦੇ? ਵਾਅਦੇ ਸਾਰੇ ਝੂਠੇ ਹੀ ਵਾਅਦੇ ਨੇ ਵੈਸੇ ਤੇ। ਦੇਖੋ 2 ਵਾਰੀ ਤੇ ਹੈਲਥ ਮਿਨਿਸਟਰ ਬਦਲ ਗਿਆ, 4 ਮਹੀਨੇ ਸਰਕਾਰ ਆਈ ਨੂੰ ਹੋਏ ਨੇ ਅਜੇ। ਪਿਛਲੇ ਜਿਹੜੇ ਮੰਤਰੀ ਸੀ ਪਿਛਲੀਆਂ ਸਰਕਾਰਾਂ ਦੇ, ਉਹ ਵੀ ਵਾਅਦਿਆਂ ਦੇ ਮੁਤਾਬਕ ਨਹੀਂ, ਸਿਰਫ ਲਾਰਿਆਂ ਮੁਤਾਬਕ ਹੀ ਚੱਲਦੇ ਸੀ ਵੀ ਹੋ ਜਾਏਗਾ ਅੰਮ੍ਰਿਤਸਰ ਨੂੰ ਪਹਿਲ ਦਿੱਤੀ ਜਾਏਗੀ, ਹੋ ਜਾਏਗਾ, ਪਰ ਹੋਇਆ ਕੁਝ ਨਹੀਂ ਸੀ। ਹੁਣ ਤੇ ਰੀਸੈਂਟਲੀ ਨਵੀਂ ਸਰਕਾਰ ਬਣੀ ਹੈ, ਨਵੀਂ ਸਰਕਾਰ ਆਉਣ ਤੋਂ ਬਾਅਦ 2 ਮੰਤਰੀ ਪਹਿਲੇ ਤੁਹਾਨੂੰ ਪਤਾ ਸਿੰਗਲਾ ਸਾਹਿਬ ਹੈਗੇ ਸੀ, ਉਹ ਚਲੇ ਗਏ, ਥੋੜ੍ਹੇ ਉਹਨਾਂ ਦਾ ਆਪਣਾ ਕੋਈ ਹੋ ਗਿਆ ਸਰਕਾਰ ਦੇ ਵਿੱਚ। ਹੁਣ ਦੂਸਰੇ ਮੰਤਰੀ ਆਏ ਨੇ, ਇਹਨਾਂ ਨੂੰ ਆਇਆ ਨੂੰ ਹਜੇ ਥੋੜ੍ਹੇ ਦਿਨ ਹੀ ਹੋਏ ਨੇ, 1-2 ਦੌਰੇ ਇਹਨਾਂ ਨੇ ਕੀਤੇ, ਇੱਧਰ ਉੱਧਰ ਰੌਲਾ ਕਾਫੀ ਪਿਆ, ਤੁਹਾਨੂੰ ਪਤਾ ਫਰੀਦਕੋਟ ਦਾ ਵੀ ਚੱਲਦਾ ਪਿਆ, ਉਹ ਚੱਕਰ 'ਚ ਵੀ ਲੋਕਾਂ ਨੂੰ ਕਾਫੀ ਪਿਆ। ਪਰ ਇਸ ਕਾਲਜ ਦੀ ਜਿਹੜੀ ਇੰਪਲੋਈਜ਼ ਨੇ, ਇਹਨਾਂ ਨੇ ਵੀ ਅਜੇ ਉਹਨਾਂ ਨਾਲ ਵੀ ਕੀਤੀ ਹੈ ਕੰਟੈਕਟ, ਪਰ ਕੋਈ ਆਸ਼ਵਾਸਨ ਜਿਹਾ ਇੱਦਾਂ ਨਹੀਂ ਦਿੱਤਾ ਗਿਆ ਕਿ ਬਾਕੀ ਸੈਲਰੀ ਤੁਹਾਡੀ ਆ ਜਾਏਗੀ। ਸਾਨੂੰ ਇਹੀ ਲੱਗ ਰਿਹਾ ਪਤਾ ਨਹੀਂ ਸੈਲਰੀ ਆਉਣੀ ਵੀ ਹੈ ਕਿ ਨਹੀਂ ਆਉਣੀ। ਇਹ ਜਿਹੜੀ ਆਊਟਸੋਰਸਿੰਗ 1 ਮਹੀਨਾ ਸਾਡੇ ਕੋਲ ਰਹਿ ਗਿਆ ਹੈ ਅਗਸਤ ਦਾ, ਇਹ ਇਸ ਤੋਂ ਬਾਅਦ ਖਤਮ ਹੋ ਜਾਣਾ ਹੈ ਕਿ ਕहीं ਕਰਨਾ ਕੀ ਕਰਨਾ। ਜਿਹੜਾ ਇਹਨਾਂ ਨੇ ਫਰੀਦਕੋਟ ਜਾ ਕੇ ਕਾਉਂਸਲਿੰਗ ਕੀਤੀ ਹੈ, ਉਹਦੇ ਬਾਰੇ ਵੀ ਕੋਈ ਪੱਕਾ ਨਹੀਂ ਹੈ ਕਿ ਬਾਕੀ ਉਹ ਲੈਬ ਜਿਹੜੀ ਡਿਸਟ੍ਰਿਕਟ ਲੈਬ ਬਣ ਜਾਣਗੀਆਂ। ਮੈਡੀਕਲ ਸੁਪਰਡੈਂਟ ਸਾਹਿਬ ਨੂੰ ਤੁਸੀਂ ਇੰਟੀਮੇਸ਼ਨ ਦਿੱਤਾ ਸੀ ਇਸ ਵੇਲੇ? ਹਾਂਜੀ ਦਿੱਤਾ ਜੀ। ਕੀ ਕਿਹਾ ਗਿਆ? ਹਾਂਜੀ ਕੀ ਕਿਹਾ ਗਿਆ? ਉਹਨਾਂ ਨੂੰ ਇਹੀ ਕਿਹਾ ਸੀ ਅਸੀਂ ਸੈਲਰੀਆਂ ਬਾਰੇ ਵੀ ਜੋ ਸਾਡੀਆਂ ਸੈਲਰੀਆਂ ਰਿਲੀਜ਼ ਨਹੀਂ ਹੁੰਦੀਆਂ ਤਾਂ ਮਿੱਥੇ ਸਮੇਂ ਸਟ੍ਰਾਈਕ ਜਾਰੀ ਰਹੇਗੀ। ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਇਹੀ ਕਿਹਾ ਸੀ ਕਿ ਤੁਹਾਡੀ ਸੈਲਫ ਫੰਡਿੰਗ ਆ ਗਈ ਹੈ, ਉੱਥੇ ਪਈ ਹੈ, ਇੱਥੇ ਪਈ ਹੈ, ਆ ਜਾਏਗੀ, ਪਰ ਆਇਆ ਨਹੀਂ ਕੁਝ ਵੀ। ਅਸੀਂ ਤਾਂ ਇਹੀ ਸੋਚ ਕੇ ਚੱਲੇ ਹਾਂ ਕਿ ਚਲੋ 31 ਤੱਕ ਇਹ ਕੰਮ ਹੋ ਜਾਏਗਾ, ਚਲੋ ਕੋਈ ਗੱਲ ਨਹੀਂ, ਲੇਟ ਹੋ ਜਾਏਗਾ। ਨਹੀਂ ਹੁਣ ਸੈਲਰੀਆਂ ਪੈਂਦੀਆਂ ਤਾਂ ਫਿਰ ਕੀ ਕਰੋ? ਬਸ ਸਟ੍ਰਾਈਕ ਜਾਰੀ ਰਹੇਗੀ ਜੀ, ਜਿੰਨੇ ਤੱਕ ਆਪਣੀਆਂ ਤਨਖਾਹਾਂ ਨਹੀਂ ਪੈਂਦੀਆਂ ਨੇ ਇੰਪਲੋਈਜ਼ ਦੀਆਂ, ਉਹਨਾਂ ਤੱਕ ਕੰਮ ਬੰਦ ਰਹੇਗਾ। ਕੋਵਿਡ-19 ਦੇ ਸੈਂਪਲ ਜਿਹੜੇ ਆਉਂਦੇ ਨੇ ਉਹ ਰਿਸੀਵ ਨਹੀਂ ਹੋਣਗੇ, ਜਿਹੜੇ 5-4 ਡਿਸਟ੍ਰਿਕਟ ਦੇ ਆਉਂਦੇ ਨੇ ਸਾਡੇ ਕੋਲ, ਉਹ ਬੰਦ ਰਹੇਗਾ ਕੰਮ ਲਗਾਤਾਰ। ਬਿਲਕੁਲ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਮੈਡੀਕਲ ਕਾਲਜ ਦੀਆਂ ਤਸਵੀਰਾਂ ਨੇ, ਜਿੱਥੇ ਕਿ ਇੱਕ ਲੈਬ ਤੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਤੇ ਮੰਗਾਂ ਰੱਖੀਆਂ ਗਈਆਂ ਨੇ ਪੰਜਾਬ ਸਰਕਾਰ ਦੇ ਕੋਲੋਂ ਕਿ ਉਹਨਾਂ ਦੀ ਜਿਹੜੀ ਸੈਲਰੀ ਹੈ, ਜਿਹੜੀ ਕਿ 4 ਮਹੀਨਿਆਂ ਤੋਂ ਨਹੀਂ ਆਈ, ਉਹਨਾਂ ਦੀ ਸੈਲਰੀ ਪਾਈ ਜਾਵੇ। ਤੇ ਹੋਰ ਵੀ ਕਈ ਮੰਗਾਂ ਨੂੰ ਲੈ ਕੇ ਜਿਹੜਾ ਹੈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਇੱਕ ਮੰਗ ਰੱਖੀ ਜਾ ਰਹੀ ਹੈ ਕਿ ਜੇਕਰ ਉਹਨਾਂ ਦੀਆਂ ਸੈਲਰੀਆਂ ਨਹੀਂ ਆਉਂਦੀਆਂ ਤੇ ਉਹਨਾਂ ਦੇ ਵੱਲੋਂ ਕੋਈ ਵੀ ਸੈਂਪਲ ਜਿਹੜਾ ਹੈ ਉਹ ਕਲੈਕਟ ਨਹੀਂ ਕੀਤਾ ਜਾਏਗਾ। ਹੁਣ ਦੇਖਣਾ ਇਹ ਹੋਗਾ ਆਉਣ ਵਾਲੇ ਸਮੇਂ ਦੇ
ਵਿੱਚ ਪ੍ਰਸ਼ਾਸਨ ਕੀ ਇਹਨਾਂ ਦੀਆਂ ਮੰਗਾਂ ਮੰਨਦੀ ਹੈ ਜਾਂ ਨਹੀਂ। ਵੀਡੀਓ ਜਰਨਲਿਸਟ ਸ਼ਿਵਰਾਜ ਦੇ ਨਾਲ ਵਿਸ਼ਾਲ ਸ਼ਰਮਾ, ਲਾਈਵ ਭਾਰਤ, ਅੰਮ੍ਰਿਤਸਰ। ਇਹਨਾਂ ਦੀ ਵੀ ਬਣਾ ਲਈ ਨਾਲ ਹੀ। ਆਹ ਵੇਖ ਮਧੂ